ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਕਿਸਾਨਾਂ ਦੀ ਪਾਰਲੀਮੈਂਟ ਤੋਂ ਚਰਚਾ ਸ਼ੁਰੂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਇਲਜ਼ਾਮ ਲਾਏ ਗਏ ਕਿ ਕਾਫੀ ਖੱਜਲ ਖੁਆਰੀ ਤੋਂ ਬਾਅਦ ਉਹਨਾਂ ਨੂੰ ਥੋੜਾ 11 ਕੁ ਵਜੇ ਸ਼ਾਇਦ ਪਾਰਲੀਮੈਂਟ ਸ਼ੁਰੂ ਹੋਣੀ ਸੀ ਕਿਸਾਨਾਂ ਦੀ, ਤੇ ਉਸ ਤੋਂ ਲੇਟ ਉਹਨਾਂ ਨੂੰ ਉੱਥੇ ਪਹੁੰਚਾਇਆ ਗਿਆ। ਉੱਥੋਂ ਮੀਡੀਆ ਜਿਹੜਾ ਉਹ ਹਾਲੇ ਦੂਰ ਖੜਾ ਕੀਤਾ ਗਿਆ। ਕਿਹਾ ਗਿਆ ਕਿ ਬਾਅਦ ਦੇ ਵਿੱਚ ਮੀਡੀਆ ਨੂੰ ਅੱਗੇ ਕਰ ਦਿੱਤਾ ਜਾਏਗਾ, ਪਰ ਉਸ ਉੱਤੇ ਵੀ ਨਜ਼ਰ ਰਹੇਗੀ। ਚਰਚਾ ਇਸ ਲਈ ਹੈ ਕਿ ਇੱਕ ਪਾਸੇ ਤਾਂ ਪਾਰਲੀਮੈਂਟ ਦਾ ਸੈਸ਼ਨ ਹੈ, ਗੱਲ ਚੱਲੀ ਸੀ ਕਿ ਪਾਰਲੀਮੈਂਟ ਵੱਲ ਕੂਚ ਕੀਤਾ ਜਾਏਗਾ, ਉੱਥੇ ਕਿਸਾਨ ਬੈਠਣਗੇ, ਪਰ ਹੁਣ ਪਾਰਲੀਮੈਂਟ ਤੋਂ ਕੁਝ ਦੂਰੀ ਤੇ ਆਪਾਂ ਕਹਿ ਸਕਦੇ ਹਾਂ ਤਕਰੀਬਨ 2 ਕਿਲੋਮੀਟਰ 2-3 ਕਿਲੋਮੀਟਰ ਦੀ ਦੂਰੀ ਦੇ ਉੱਤੇ ਜੰਤਰ ਮੰਤਰ ਤੇ ਕਿਸਾਨ ਆਪਣੀ ਸੰਸਦ ਚਲਾ ਰਹੇ ਨੇ। ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਜਿਹੜਾ ਇਸ ਸੰਸਦ ਨੂੰ ਸੰਸਦ ਵੱਲ ਕੂਚ ਕਰਨ ਵੱਲ ਵੀ ਸੋਚ ਸਕਦੇ ਹਾਂ ਕਿ ਜਿੱਥੇ ਸਾਨੂੰ ਪੁਲਿਸ ਬਿਠਾ ਦੇਗੀ ਉੱਥੇ ਬੈਠ ਜਾਵਾਂਗੇ, ਪਰ ਬੈਰੀਕੇਡਿੰਗ ਦੱਸਦੀ ਹੈ ਕਿ ਸ਼ਾਇਦ ਕਿਸਾਨਾਂ ਨੂੰ ਜੰਤਰ ਮੰਤਰ ਤੋਂ ਬਾਹਰ ਬਿਲਕੁਲ ਵੀ ਇੱਧਰ ਉੱਧਰ ਨਹੀਂ ਹੋਣ ਦਿੱਤਾ ਜਾਏਗਾ। ਜਿਸ ਤਰ੍ਹਾਂ ਦੀ ਸਖਤਾਈ ਹੈ ਉਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਨਾਲੋਂ ਨਾਲ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੈ ਉਹ ਕੱਲ ਨੂੰ ਹੋਣੀ ਹੈ, ਉਹਨੂੰ ਲੈ ਕੇ ਵੀ ਚਰਚਾ ਕਿ ਕਾਂਗਰਸ ਦੇ ਵਿੱਚ ਹੁਣ ਅੱਜ ਦੀ ਘੜੀ ਜਿਹੜਾ ਉਹ ਹੁਣ ਕੀ ਚੱਲ ਰਿਹਾ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ ਲੋਕਰਾਮ ਚੈਨਲ ਪੰਜਾਬੀ। ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਜੀ, ਧੰਨਵਾਦ ਤੁਹਾਡਾ। ਪਰਮਿੰਦਰ ਜੀ, ਕਿਸ ਤਰ੍ਹਾਂ ਦੇਖਦੇ ਹੋ ਕਿਸਾਨਾਂ ਦੀ ਪਾਰਲੀਮੈਂਟ? ਇਤਿਹਾਸ ਦੇ ਵਿੱਚ ਪਹਿਲਾ ਦਿਨ, ਪਹਿਲੀ ਵਾਰ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਜਿਹੜੇ ਨੇ ਉਹ ਕੇਂਦਰ ਸਰਕਾਰ ਨੂੰ ਚੁਣੌਤੀ ਦੇ ਰਹੇ ਨੇ। ਲਗਾਤਾਰ 8 ਮਹੀਨਿਆਂ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਹੈ ਤੇ ਅੱਜ ਉੱਥੇ ਜਾ ਕੇ ਜੰਤਰ ਮੰਤਰ ਤੋਂ ਪਹਿਲੇ ਦਿਨ ਦੇ ਸ਼ੁਰੂਆਤ ਜਿਹੜੀ ਆ ਕਿਸਾਨੀ ਸੰਸਦ ਦੀ ਕੀਤੀ ਗਈ ਹੈ। ਜੀ ਸੁਖਵਿੰਦਰ, ਇਹ ਤਾਂ ਮੈਂ ਮੇਰੀ ਨਿੱਜੀ ਰਾਏ ਤਾਂ ਇਹੀ ਹੈ ਕਿ ਜੇ ਇਦਾਂ ਦਾ ਆਪਾਂ ਕਹਿ ਲਓ ਇੱਕ ਸੰਸਦ ਚਲਾਈ ਜਾਂਦੀ ਹੈ ਬਾਹਰ ਬੈਠ ਕੇ ਕਿਸਾਨਾਂ ਵੱਲੋਂ, ਤਾਂ ਮੈਂ ਤਾਂ ਇਹ ਚਾਹੁੰਦਾ ਕਿ ਕਿਸਾਨ ਕਿਸੇ ਕੋਈ ਸਮਾਂ ਇਦਾਂ ਦਾ ਆਵੇ, ਜਲਦ ਆਵੇ ਕਿ ਕਿਸਾਨ ਮਜ਼ਦੂਰ ਜਿਹੜੇ ਅੰਦੋਲਨ ਕਰ ਰਹੇ ਨੇ ਸੱਚੀ ਮੁੱਚੀ ਹੱਕਾਂ ਦੇ ਰਾਖੇ ਬਣ ਕੇ ਜਾਂ ਹੱਕਾਂ ਦੀ ਲੜਾਈ ਲੜ ਰਹੇ ਨੇ, ਉਹ ਸੱਚੀ ਮੁੱਚੀ ਅੰਦਰ ਬੈਠ ਕੇ ਸੰਸਦ ਚਲਾਉਣ। ਉਹ ਆਪਾਂ ਇਦਾਂ ਦੀ ਕੋਈ ਗੱਲ ਹੋਵੇ ਕਿ ਸਾਰੇ ਰਲ ਮਿਲ ਕੇ, ਜਿਵੇਂ ਪੰਜਾਬ ਦੇ ਜਾਂ ਦੇਸ਼ ਦੇ ਹੋਰ ਵੱਖ-ਵੱਖ ਸੂਬਿਆਂ ਤੋਂ ਆ ਕੇ ਜਿਹੜੇ ਬੰਦੇ ਆਪਣੇ ਗਰੀਬ ਭਰਾਵਾਂ ਦੇ ਲਈ, ਕਿਸਾਨੀ ਹੈ ਚਾਹੇ ਕਿਸਾਨ ਨੇ, ਚਾਹੇ ਵੱਡਾ ਛੋਟਾ ਜਾਂ ਹੋਰ ਵਰਗਾਂ ਦੇ ਲਈ ਸੋਚ ਰਹੇ ਨੇ, ਲੜ ਰਹੇ ਨੇ, ਉਹ ਸੱਚੀ ਮੁੱਚੀ MLA MPs ਬਣ ਕੇ ਸੰਸਦ ਦੇ ਵਿੱਚ ਬੈਠ ਕੇ ਉੱਥੇ ਆਪਣੀ ਨੀਤੀਆਂ ਚਲਾਉਣ, ਬਣਾਉਣ, ਉੱਥੋਂ ਨੀਤੀਆਂ ਘੜਨ ਔਰ ਸਮਾਜ ਦੇ ਵਿੱਚ ਆ ਕੇ ਜਾਂ ਦੇਸ਼ ਦੇ ਵਿੱਚ ਉਹਨਾਂ ਨੂੰ ਪ੍ਰਫੁੱਲਤ ਕਰਨ, ਅਮਲ ਕਰਨ ਉਹਨਾਂ ਤੇ। ਉਹ ਚੀਜ਼ ਅਸੀਂ ਤਾਂ ਚਾਹੁੰਦੇ ਹਾਂ ਕਿ ਇਦਾਂ ਦਾ ਹੋਣਾ ਉਹ ਸੱਚੀ ਮੁੱਚੀ ਦੇਸ਼ ਦੇ ਲਈ ਕਹਿ ਲਓ ਫਾਇਦੇਮੰਦ ਹੋਊਗਾ। ਬਟ ਜਿਹੜਾ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੁਖਵਿੰਦਰ ਜੀ ਜਿਹੜਾ ਫੈਸਲਾ ਲਿਆ ਗਿਆ ਸੀ, ਬਹੁਤ ਵੱਡਾ ਫੈਸਲਾ ਹੈ, ਵੀ ਆਪਾਂ ਕਹਿ ਸਕਦੇ ਕਿ ਇਤਿਹਾਸਿਕ ਫੈਸਲਾ ਹੈਗਾ। ਤੇ ਅੱਜ ਉਹਨਾਂ ਨੂੰ ਉੱਥੇ ਜੰਤਰ ਮੰਤਰ ਦੇ ਵਿੱਚ ਬਿਲਕੁਲ ਐਨ ਮੌਕੇ ਤੇ ਜਾ ਕੇ ਇੱਕ ਦਿਨ ਪਹਿਲਾਂ ਹੀ ਜਿਹੜੀ ਥਾਂ ਅਲਾਟ ਕੀਤੀ ਆ ਦਿੱਲੀ ਪੁਲਿਸ ਵੱਲੋਂ, ਤੇ ਉੱਥੇ ਵੀ ਬੈਰੀਕੇਡਿੰਗ ਇੰਨੀ ਜ਼ਿਆਦਾ ਸਖਤ ਕਰ ਦਿੱਤੀ ਗਈ ਹੈ ਕਿ ਜਿੱਦਾਂ ਤੁਸੀਂ ਗੱਲ ਕਰ ਹੀ ਰਹੇ ਸੀ ਕਿ ਜੰਤਰ ਮੰਤਰ ਤੋਂ ਬਾਹਰ ਕੋਈ ਜਾ ਹੀ ਨਹੀਂ ਸਕਦਾ। ਔਰ ਉਹਨਾਂ ਨੇ ਬਕਾਇਦਾ ਤੌਰ ਤੇ ਪੁਲਿਸ ਨੇ ਕਹਿ ਵੀ ਦਿੱਤਾ ਹੈ ਕਿ ਵੱਡੀ ਪੁਲਿਸ ਫੋਰਸ ਲਗਾਈ ਹੈ ਉੱਥੇ ਕਿ ਬਾਹਰ ਕੋਈ ਨਹੀਂ ਜਾਏਗਾ, ਨਿਕਲਣ ਨਹੀਂ ਦਿੱਤਾ ਜਾਊਗਾ। 5 ਵਜੇ ਤੱਕ ਦਾ ਸਮਾਂ ਹੈਗਾ, 5 ਵਜੇ ਤੱਕ ਇਹ ਜਿਹੜੀ ਕਿਸਾਨ ਸੰਸਦ ਹੈ ਚੱਲਣੀ ਆ। ਤੇ ਇਹਨਾਂ ਵੱਲੋਂ ਇੱਥੋਂ ਜਿਵੇਂ ਤੁਸੀਂ ਕਿਹਾ ਕਿ ਕੂਚ ਕੀਤਾ ਜਾਣਾ, ਉਹਦੀ ਸੰਭਾਵਨਾ ਤਾਂ ਬਹੁਤ ਘੱਟ ਲੱਗਦੀ ਆ। ਆਪਾਂ ਕਹਿ ਲਓ ਕਿ ਹੋ ਹੀ ਨਹੀਂ ਸਕਦਾ। ਜਿਹੜੀ ਸਖਤਾਈ ਇੰਨੀ ਜ਼ਿਆਦਾ ਹੈ ਕਿ ਅੰਦਰ ਜਿਹੜਾ ਜੰਤਰ ਮੰਤਰ ਜਿੱਥੇ ਧਰਨਾ ਲਾਉਣਾ ਇਹਨਾਂ ਨੇ ਜਾਂ ਸੰਸਦ ਚਲਾਉਣੀ ਹੈ, ਉੱਥੇ ਵੀ ਜਿਹਨੂੰ ਬੰਦੇ ਨੂੰ ਜਾਣ ਦਿੱਤਾ ਜਾ ਰਿਹਾ ਉਹਦਾ ਬਕਾਇਦਾ ਤੌਰ ਤੇ ID ਪ੍ਰੂਫ ਵਗੈਰਾ, ਆਧਾਰ ਕਾਰਡ ਵਗੈਰਾ ਜਾਂ ਜਾਣ ਪਛਾਣ ਦਾ ਜੋ ਵੀ ਉਹਦੇ ਕੋਲ ਸਾਜੋ ਸਮਾਨ ਡਾਕੂਮੈਂਟ ਹੈਗਾ ਉਹਨੂੰ ਚੈੱਕ ਕਰਕੇ ਹੀ ਅੰਦਰ ਜਾਣ ਦਿੱਤਾ ਜਾ ਰਿਹਾ। 5 ਗੱਡੀਆਂ ਦੇ ਵਿੱਚ, ਬੱਸਾਂ ਦੇ ਵਿੱਚ ਜਿਹੜੇ ਹੈਗੇ ਆ ਕਿਸਾਨ, ਵੱਡਾ ਕਿਸਾਨਾਂ ਦਾ ਵੱਡਾ ਜਥਾ ਜਿਹੜਾ 200 ਦੀ ਗਿਣਤੀ ਦੇ ਵਿੱਚ ਕਹਿ ਲਓ ਲੋਕ ਗਏ ਨੇ ਉੱਥੇ, ਬੀਬੀਆਂ ਵੀ ਉੱਥੇ ਗਈਆਂ ਨੇ। ਤੇ ਮੀਡੀਆ ਨੂੰ ਤੁਸੀਂ ਦੱਸ ਹੀ ਦਿੱਤਾ ਕਿ ਮੀਡੀਆ ਦੀ ਦੂਰੀ ਬਣਾ ਦਿੱਤੀ ਗਈ ਹੈ ਕਿਸਾਨਾਂ ਨਾਲੋਂ ਵੀ ਉਹ ਜੰਤਰ ਮੰਤਰ ਵਾਲੀ ਥਾਂ ਤੋਂ ਪ੍ਰਸ਼ਾਸਨ ਵੱਲੋਂ, ਤਾਂ ਕਿ ਜਿਹੜੀ ਕੋਈ ਖਬਰ ਹੈਗੀ ਹੈ ਕੋਈ ਅਸਲ ਦੇ ਵਿੱਚ ਜਿਹੜੀ ਸਾਹਮਣੇ ਆਉਣੀ ਹੈ ਸੱਚਾਈ ਕੋਈ ਉਹ ਨਾ ਆ ਸਕੇ। ਹੁਣ ਜਿਹੜਾ ਇਹਦੇ ਬਾਰੇ ਬਹੁਤ ਜ਼ਿਆਦਾ ਇੱਦਾਂ ਕਹਿ ਲਓ ਕਿ ਵਿਸਥਾਰ ਦੇ ਵਿੱਚ 5 ਵਜੇ ਤੋਂ ਬਾਅਦ ਜਿੱਦਾਂ ਕੋਈ ਗੱਲਬਾਤ ਕਰਨਗੇ ਕਿਸਾਨ ਬਾਹਰ ਆ ਕੇ ਜੰਤਰ ਮੰਤਰ ਦੀ, ਇਸ ਕਹਿ ਲਓ ਇੱਕ ਤਰ੍ਹਾਂ ਬੈਰੀਕੇਡਿੰਗ ਤੋਂ ਬਾਹਰ ਆਉਣਾ। ਪ੍ਰਸ਼ਾਸਨ ਦਾ ਤਾਂ ਇਹੀ ਹੈ ਕਿ ਜਿਹੜਾ ਅੰਦਰ ਸੰਸਦ ਚੱਲ ਰਹੀ ਹੈ ਉਹਨੂੰ ਕਿਤੇ ਡਿਸਟਰਬ ਨਾ ਕੀਤਾ ਜਾਵੇ, ਉਹਦੇ ਤੱਕ ਆਵਾਜ਼ ਨਾ ਪਹੁੰਚਣ ਦਿੱਤੀ ਜਾਵੇ ਇਹਨਾਂ ਦੀ, ਕਿਸਾਨਾਂ ਦੀ ਪਾਰਲੀਮੈਂਟ 'ਚ। ਤੇ ਪਾਰਲੀਮੈਂਟ 'ਚ ਜੋ ਹੋ ਰਿਹਾ ਤੁਹਾਨੂੰ ਪਤਾ ਹੀ ਹੈ, ਅੱਜ ਵੀ ਦੋਨੋਂ ਸਦਨ ਜਿਹੜੇ ਹੈਗੇ ਆ ਉਹ 2 ਵਜੇ ਤੱਕ ਦੇ ਸਮੇਂ ਤੋਂ ਕਹਿ ਸਕਦੇ ਆਪਾਂ ਰੱਦ ਕਰ ਦਿੱਤੇ ਗਏ ਸੀਗੇ। ਉਹ ਤੋਂ ਬਾਅਦ ਜਿਹੜੀ ਹੈਗੀ ਕਾਰਵਾਈ ਕਿੰਨਾ ਕੁ ਅੱਗੇ
ਕਿੱਡੀ ਕੁ ਸਫਲਤਾਪੂਰਵਕ ਚੱਲਦੀ ਆ। ਵਿਰੋਧ ਤਾਂ ਹੋ ਰਿਹਾ ਸਰਕਾਰ ਦਾ, ਪਰ ਕਿੰਨੇ ਕੁ ਲੋਕ ਕਰ ਰਹੇ ਨੇ ਤੇ ਕਿਹੜੇ-ਕਿਹੜੇ ਨੇ ਉਹ ਜਿਹੜੇ ਕਰ ਰਹੇ ਨੇ, ਕਿਹੜੀ-ਕਿਹੜੀ ਪਾਰਟੀ ਦੇ ਲੋਕ ਨੇ। ਇਹ ਐਂ ਕਹਿ ਲਓ ਕਿ ਹੁਣ ਕਾਰਵਾਈ ਖਤਮ ਹੋਣ ਤੋਂ ਬਾਅਦ ਹੀ ਜਿਹੜੀ ਇਹ ਸਾਹਮਣੇ ਆਊਗੀ। ਔਰ ਫੈਸਲਾ ਜਿਹੜਾ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ, ਬਹੁਤ ਵੱਡਾ ਆ, ਇਤਿਹਾਸਕ ਫੈਸਲਾ ਸੱਚੀ-ਮੁੱਚੀ ਐਂ ਕਹਿ ਲਓ ਕਿ ਅੱਗੇ ਜਾ ਕੇ ਇਸ ਦਾ ਇਤਿਹਾਸ ਵਿੱਚ ਜਿਹੜਾ ਇਹਦਾ ਜ਼ਿਕਰ ਹੋਇਆ ਕਰੇਗਾ ਕਿ ਆਪਣੇ ਹੱਕਾਂ ਦੇ ਲਈ ਮੋਦੀ ਸਰਕਾਰ ਵੇਲੇ ਏਦਾਂ ਕਾਨੂੰਨ ਉਹਨਾਂ ਨੇ ਧੱਕੇ ਨਾਲ ਲੋਕਾਂ ਦੇ ਸਿਰ ਤੇ ਮੜ੍ਹੇ। ਅੱਜ ਵੀ ਜਿਹੜਾ ਤੋਮਰ ਦਾ ਬਿਆਨ ਤੁਸੀਂ ਸੁਣਿਆ ਹੋਊਗਾ, ਤੋਮਰ ਦਾ ਬਿਆਨ ਵੀ ਆਇਆ। ਉਹ ਕਹਿੰਦੇ ਕਿ ਅਸੀਂ ਇਹਨਾਂ ਦੀ ਆਮਦਨੀ ਵਧਾਉਣਾ ਚਾਹੁੰਦੇ ਹਾਂ, ਇਹਨਾਂ ਨੂੰ ਕਾਨੂੰਨੀ ਸ਼ਿਕੰਜੇ ਤੋਂ ਬਾਹਰ ਕਰਨਾ ਚਾਹੁੰਦੇ ਹਾਂ ਕਿਸਾਨਾਂ ਨੂੰ, ਤੇ ਕਿਸਾਨਾਂ ਨੂੰ ਜਿਹੜੇ ਵੀ ਕਿਸੇ ਮੱਦ ਦੇ ਉੱਤੇ ਕਹਿ ਦਿਓ ਵੀ ਉਹਨਾਂ ਨੂੰ ਇਤਰਾਜ਼ ਹੈ, ਉਹ ਸਾਡੇ ਨਾਲ ਆ ਕੇ ਗੱਲ ਕਰਨ। ਮੱਦ ਕੀ ਹੋਣੀ ਆ, ਉਹਨਾਂ ਨੂੰ ਤਾਂ ਸਾਰੇ ਤੁਹਾਡੇ ਕਾਨੂੰਨ ਦੇ ਇਹ ਜਿਹੜਾ ਖਰੜਾ ਤਿਆਰ ਕਰਕੇ ਤੁਸੀਂ ਲਾਗੂ ਕਰਤਾ, ਇਹਦੇ ਤੇ ਇਤਰਾਜ਼ ਹੈ, ਇੱਕੋ ਮੰਗ ਹੈ ਕੈਂਸਲ ਕਰ ਦਿਓ, ਉਹਦੇ ਤੇ ਆਉਂਦੇ ਨਹੀਂ, ਉਹ ਕਹਿੰਦੇ ਰੱਦ ਨਹੀਂ ਹੋਣੇ, ਤੇ ਕਾਰਨ ਕੋਈ ਨਹੀਂ ਦੱਸਦੇ ਵੀ ਰੱਦ ਕਿਉਂ ਨਹੀਂ ਹੋਣੇ। ਬਸ ਇਹੀ ਕਹੀ ਜਾਂਦੇ ਨੇ, ਇੱਥੇ ਕਿੱਦਾਂ ਮੁੱਠੀ ਭਰ ਲੋਕ ਨੇ ਇੱਥੇ ਬੈਠੇ ਨੇ, 11 ਮੀਟਿੰਗਾਂ ਕਰਨੀਆਂ ਕਹਿੰਦੇ ਅਸੀਂ। ਉਹ ਕਹਿਣ ਦਾ ਭਾਵ ਇਹੀ ਕਿਹਾ ਜਾ ਰਿਹਾ ਕਿ ਇੱਕ ਸਰਕਾਰ ਠੀਕ ਹੈ, ਜਿਹੜੀ ਕੁਛ ਕੁ ਲੋਕਾਂ ਦੀ ਸਰਕਾਰ ਹੈ, ਜਿਹੜੇ ਕੁਛ ਕੁ ਲੋਕ ਬੈਠੇ ਨੇ ਸਰਕਾਰ ਦੇ ਵਿੱਚ, ਮੋਦੀ ਦੀ ਟੀਮ ਕਹਿ ਲਓ, ਤੇ ਉਹ ਰਾਜ਼ੀ ਆ। ਬਸ ਉਹ ਰਾਜ਼ੀ ਤਾਂ ਸਾਰਾ ਕੁਛ ਠੀਕ ਹੈ। ਜਦੋਂ ਉਹਨੇ ਕਹਿਤਾ ਕਿ ਸਾਡੇ ਨਾਲ ਸਹਿਮਤ ਨਹੀਂ ਹੈਗੇ, ਲੋਕਾਂ ਨਾਲ ਸਹਿਮਤ ਨਹੀਂ ਹੈਗੇ, ਜਾਂ ਲੋਕ ਕਹਿ ਦੇਣ ਕਿ ਸਰਕਾਰ ਨਾਲ ਸਹਿਮਤ ਨਹੀਂ, ਤਾਂ ਉਹ ਪਰਚੇ ਦੇ। ਇਸੇ ਤਰ੍ਹਾਂ ਕਿਸਾਨੀ ਅੰਦੋਲਨ ਚੱਲ ਰਿਹਾ। ਤੋਮਰ ਹੁਣ ਵੀ ਕਹਿ ਗਏ ਕਿ ਰੱਦ ਨਹੀਂ ਹੋਣੇ। ਜੇ ਕੋਈ ਕਿਸੇ ਤਰ੍ਹਾਂ ਦੀ ਮੱਦ ਹੈਗੀ ਹੈ, ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਹੈਗਾ, ਉਹ ਦੱਸ ਦਿਓ, ਸਰਕਾਰ ਹਟਾ ਦੂ। ਸੋ ਇਸ ਸੰਸਦ ਦਾ ਜਿਹੜਾ ਦਬਾਅ ਹੈਗਾ ਸੁਖਵਿੰਦਰ ਜੀ, ਇਹ ਜ਼ਰੂਰ ਜਿਹੜਾ ਹੈਗਾ ਸਰਕਾਰ ਦੇ ਉੱਤੇ ਪਏਗਾ। ਔਰ ਮੀਡੀਆ ਐਂ ਕਹਿ ਲਓ ਕਿ ਜੇ ਸੱਚੀ ਮੁੱਚੀ ਜ਼ਿੰਮੇਵਾਰੀ ਨਿਭਾ ਗਿਆ, ਤਾਂ ਇਹਦੇ ਚਰਚੇ ਦੇਸ਼ ਦੇ ਹਰ ਕੋਨੇ ਤੱਕ ਪਹੁੰਚ ਜਾਣੇ। ਜੀ ਬਿਲਕੁਲ। ਜਿਸ ਤਰੀਕੇ ਨਾਲ ਰਾਜੇਵਾਲ ਸਾਹਿਬ ਨੇ ਕਾਂਗਰਸ ਨੂੰ ਲੈ ਕੇ ਕਿਹਾ ਸੀ ਕਿ ਕਾਂਗਰਸ ਦੇ ਜਿਹੜੇ ਪੰਜਾਬ ਦੇ ਸੰਸਦ ਮੈਂਬਰ ਨੇ, ਸਿਰਫ ਉਹੀ ਪਾਰਲੀਮੈਂਟ ਦੇ ਵਿੱਚ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ, ਉਹੀ ਆਪਣੀਆਂ ਤਖਤੀਆਂ ਫੜ ਕੇ ਨਜ਼ਰ ਆ ਰਹੇ ਨੇ। ਬਾਕੀ ਜਿਹੜੇ ਨੇ ਉਹ ਕੋਈ ਮਹਿੰਗਾਈ ਦੇ ਮੁੱਦੇ ਤੇ ਰੌਲਾ ਪਾ ਰਿਹਾ, ਕੋਈ ਜਾਸੂਸੀ ਦੇ ਮੁੱਦੇ ਦੇ ਉੱਤੇ ਪਾ ਰਿਹਾ। ਇਹਨੂੰ ਕਿੱਦਾਂ ਦੇਖਦੇ ਹੋ ਕਿ ਕੀ ਇਹ ਦੋਹਰੀ ਸਿਆਸਤ ਇਹਨੂੰ ਸਮਝ ਲਿਆ ਜਾਵੇ ਕਿ ਸਿਰਫ ਅਸੀਂ ਇੱਕ ਮੁੱਦੇ ਦੇ ਉੱਤੇ ਅਸੀਂ ਆਪਣਾ ਇਧਰੋਂ ਕਹਿ ਦਈਏ ਕਿ ਕਾਂਗਰਸ ਕਰ ਰਹੀ ਹੈ, ਪਰ ਉਹ ਸਿਰਫ ਪੰਜਾਬ ਤੱਕ ਸੀਮਤ ਰਹਿ ਕੇ ਬਾਕੀ ਜਿਨ੍ਹਾਂ ਸੂਬਿਆਂ ਦੇ ਵਿੱਚੋਂ ਜਿੱਥੋਂ ਇਹਨਾਂ ਦੇ ਸੰਸਦ ਮੈਂਬਰ ਆਉਂਦੇ ਨੇ, ਉਹਨਾਂ ਨੂੰ ਲੈ ਕੇ ਜਦੋਂ ਇਸ ਤਰ੍ਹਾਂ ਇੱਕ ਲੁਕੋ ਰੱਖਿਆ ਜਾਣਾ ਕਿਸਾਨਾਂ ਦੇ ਮਸਲੇ ਤੇ। ਦੇਖੋ ਸੁਖਵਿੰਦਰ ਜੀ, ਜਦੋਂ ਕਾਨੂੰਨ ਲਾਗੂ ਹੋਏ ਸੀ ਨਾ ਇਹ, ਉਦੋਂ ਸਾਰਿਆਂ ਦਾ ਕਹਿ ਲਓ ਕਿ ਕੱਚਾ ਚਿੱਠਾ ਜਿਹੜਾ ਹੈਗਾ ਉਹ ਪ੍ਰਗਟ ਹੋ ਗਿਆ ਸੀਗਾ। ਸਾਰਿਆਂ ਦਾ ਆਪਦਾ ਜਿਹੜਾ ਕਾਰਗੁਜ਼ਾਰੀ ਸੀ ਉਹ ਬਾਹਰ ਆ ਗਈ ਸੀਗੀ। ਜਿਹੜਾ ਅੱਜ ਦਾ ਵਿਰੋਧ ਆ, ਚਾਹੇ ਉਹ ਕਾਂਗਰਸੀ ਕਰ ਰਹੇ ਨੇ, ਚਾਹੇ ਉਹ ਕੋਈ ਹੋਰ ਪਾਰਟੀ ਦੇ ਬੰਦੇ ਪੰਜਾਬ ਦੇ ਕਰ ਰਹੇ ਨੇ, ਜਾਂ ਬਾਕੀ ਸਟੇਟਾਂ ਦੇ ਨਹੀਂ ਕਰ ਰਹੇ ਹੈਗੇ, ਇਹ ਤਾਂ ਐਂ ਕਹਿ ਲਓ ਕਿ ਹੁਣ ਖਾਨਾ ਜਿਹੜੀ ਉਹ ਹੁੰਦੀ ਹੈ ਵੀ ਖਾਨਾ ਪੂਰਤੀ ਕਰ ਲਓ, ਉਹ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਹਾਲਾਤ ਤੁਸੀਂ ਦੇਖ ਹੀ ਲਿਆ। ਪੰਜਾਬ ਦਿਆਂ ਨੂੰ ਤਾਂ ਐਂ ਵੀ 2022 ਦੇ ਵਿੱਚ ਚੋਣਾਂ ਨੇੜੇ ਨੇ, ਚੋਣਾਂ ਦੇ ਵਿੱਚ ਹੁਣ ਕਰਨਾ ਮਜਬੂਰੀ ਬਣੀ। ਨਹੀਂ ਤਾਂ ਜੇ ਕਿਤੇ ਥੋੜ੍ਹੀ ਜਿਹੀ ਦੂਰ ਹੁੰਦੇ, ਅੱਗੇ ਚੱਲ ਕੇ ਹੁੰਦੇ, 2 ਸਾਲ 3 ਸਾਲ ਪਏ ਹੁੰਦੇ, ਤਾਂ ਉਹ ਵੀ ਨਹੀਂ ਸੀ ਕਰਦੇ। ਇਹਨਾਂ ਨੇ ਤਾਂ ਜਦੋਂ ਕਰਨਾ ਸੀ ਉਦੋਂ ਨਹੀਂ ਕੀਤਾ, ਹੁਣ ਕੀ ਕਰਨਗੇ? ਇਹ ਬੈਠੇ ਨੇ ਜਿਹੜੇ ਅੰਦੋਲਨ ਕਰ ਰਹੇ ਨੇ, ਇਸ ਦੀ ਲੋੜ ਹੈ ਸੀ ਜੇ ਪਹਿਲਾਂ ਹੀ ਆਹ ਗੱਲਾਂ ਹੁੰਦੀਆਂ। ਬਾਕੀ ਜਿਹੜੇ ਹੈਗੇ, ਉਹਨੂੰ ਚਾਹੀਦਾ ਤਾਂ ਇਹ ਸੀ ਕਿ ਪੂਰੇ ਦੇਸ਼ ਦੇ ਵਿੱਚੋਂ ਜਿਹੜੀਆਂ ਆਪਾਂ ਪਹਿਲਾਂ ਵੀ ਗੱਲ ਕਰਦੇ ਕਿ ਜਿਹੜੀਆਂ ਭਾਜਪਾ, ਗੈਰ ਭਾਜਪਾ ਸਰਕਾਰਾਂ ਨੇ, ਉਹਨਾਂ ਦੇ ਵਿਧਾਨ ਸਭਾ ਦੇ ਮੈਂਬਰ ਆਪਣੀਆਂ ਵਿਧਾਨ ਸਭਾ ਦੇ ਵਿੱਚ ਉਹ ਮਤੇ ਪਵਾਉਂਦੇ, ਕੋਈ ਬਿੱਲ ਪੇਸ਼ ਕਰਦੇ ਹੁਣ ਤੱਕ, ਤੇ ਜਿਹੜੇ MP ਨੇ ਗੈਰ ਭਾਜਪਾ ਦੇ, ਤੇ ਉਹ ਆ ਕੇ ਇੱਥੇ ਵਿਰੋਧ ਕਰਦੇ ਸਾਰੇ ਹੀ। ਤੇ ਪਹਿਲਾਂ ਵੀ ਕਰ ਸਕਦੇ ਸੀ, ਚਲੋ ਪਹਿਲਾਂ ਨਹੀਂ ਕੀਤਾ ਤਾਂ ਹੁਣ ਤਾਂ ਕਰ ਹੀ ਸਕਦੇ ਸੀ। ਤੇ ਉਹ ਇਹਨਾਂ ਦੀ ਤੁਸੀਂ ਦੇਖ ਲਿਆ ਕਿ ਨੀਅਤ ਸਾਫ਼ ਨਹੀਂ ਹੈਗੀ। ਇਹਨਾਂ ਨੇ ਸਟੇਟ ਵਾਈਜ਼ ਦੇਖ ਲਿਆ ਕਿ ਜਿੱਥੇ ਜਿਹੜੀ ਚੀਜ਼ ਦਾ ਫਾਇਦਾ ਹੈ ਉਹ ਲੈ ਲਓ, ਬਸ ਉਹਦੀ ਗੱਲ ਕਰ ਲਓ। ਉਹ ਚੀਜ਼ਾਂ ਹੀ ਹੋ ਰਹੀਆਂ ਨੇ। ਇਹਨਾਂ ਨੂੰ ਪੂਰੇ ਦੇਸ਼ ਦੀ ਕੋਈ ਫਿਕਰ ਨਹੀਂ, ਕਿਸੇ ਅੰਨਦਾਤਾ ਦੀ ਕੋਈ ਫਿਕਰ ਨਹੀਂ ਕਿਸੇ ਦੀ। ਇਹਨਾਂ ਨੂੰ ਆਪਣੀ ਕੁਰਸੀ ਦਿਖਦੀ ਹੈ, ਵਿੱਚ ਮਿਲੀ ਭੁਗਤ ਵੀ ਹੁੰਦੀ ਹੀ ਆ। ਆਪਾਂ ਇਹਦੇ ਵਿੱਚ ਆਪਾਂ ਕਿਵੇਂ ਕਹਿ ਸਕਦੇ ਕਿ ਨਹੀਂ, ਸਰਕਾਰ ਨਾਲ ਹੱਥ ਵੀ ਮਿਲਾਇਆ ਹੁੰਦਾ ਹੈ। ਇਹ ਤਾਂ ਹੁੰਦਾ ਨਹੀਂ ਕਿ ਬੈਠੇ MP ਬਣੇ, ਕੋਈ ਗੱਲ ਨਹੀਂ, ਹਾਰੇ ਸਰਕਾਰ ਨਹੀਂ ਹੈਗੀ ਤਾਂ ਉਹਨਾਂ ਨੂੰ ਮਾਣ ਸਤਿਕਾਰ ਉਹਨਾਂ ਨੂੰ ਦਿੱਤਾ ਜਾਂਦਾ ਕਿ ਚੁੱਪ ਰਹਿਣਾ ਭਾਈ ਅੰਦਰ, ਏਦਾਂ ਦੀ ਗੱਲ ਕਰ ਲਿਓ। ਜੇ ਤੁਸੀਂ ਬੋਲਣਾ ਵੀ ਹੈ, ਕੱਲ ਨੂੰ ਵੋਟਾਂ ਲੈਣ ਜਾਣਾ ਤਾਂ ਆਹ ਗੱਲ ਕਰ ਦਿਓ ਤੁਸੀਂ, ਆਹ ਗੱਲ ਨਾ ਕਰਿਓ। ਇੱਥੇ ਤਾਂ ਪੰਜਾਬ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ, ਤਾਂ ਮਜਬੂਰੀ ਹੈ। ਇਹਨਾਂ ਦੇ ਸਾਰੀਆਂ ਪਾਰਟੀਆਂ ਦੇ ਐਂ ਕਹਿ ਲਓ ਕਿ ਸੰਘੀ ਕੁੱਟੀ ਹੋਈ ਆ ਲੋਕਾਂ ਨੇ
ਤਾਂ ਕਰਕੇ ਆਵਾਜ਼ ਉੱਠ ਰਹੀ ਹੈ ਇਹ, ਨਹੀਂ ਤਾਂ ਇਹ ਵੀ ਚੁੱਪ ਰਹਿਣੇ ਸੀਗੇ। ਵੋਟਾਂ ਦੂਰ ਹੁੰਦੀਆਂ, ਇਹ ਵੀ ਚੁੱਪ ਰਹਿਣੇ ਸੀਗੇ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਦੋਗਲੀ ਨੀਤੀ, ਤਾਂ ਇਹ ਤਾਂ ਹੁੰਦੀ ਹੀ ਹੁੰਦੀ ਹੈ, ਸਾਰੀਆਂ ਪਾਰਟੀਆਂ 'ਚ ਹੁੰਦੀ ਹੈ, ਇਕੱਲੇ ਕਿਸਾਨੀ ਅੰਦੋਲਨ ਕਰਕੇ ਨਹੀਂ ਹੁੰਦੀ। ਕੋਈ ਵੀ ਮੁੱਦਾ ਲੈ ਲਓ, ਵਰਗ ਲੈ ਲਓ, ਚਾਹੇ ਮੁਲਾਜ਼ਮ ਵਰਗ ਹੈ, ਮਜ਼ਦੂਰ ਵਰਗ ਹੈ, ਕਿਸਾਨ ਨੇ, ਹੋਰ ਜਿਹੜੇ ਵੀ ਕਾਰੋਬਾਰੀ ਨੇ ਜਾਂ ਛੋਟੇ ਦੁਕਾਨਦਾਰ ਨੇ, ਸਾਰਿਆਂ ਦੇ ਉਹਨਾਂ ਦੇ ਨਾਂ ਤੇ ਹੁੰਦੀ ਹੈ ਇਹ। ਵੰਡ ਕਰ ਲੈਂਦੇ ਨੇ, ਕਿੱਥੇ ਕੀ ਕਰਨਾ, ਕਿ ਧਰਮਾਂ ਦੇ ਨਾਂ ਤੇ ਖੇਡ ਲੈਂਦੇ ਨੇ, ਜਾਤਾਂ ਦੇ ਨਾਂ ਤੇ ਖੇਡ ਲੈਂਦੇ ਨੇ, ਉੱਥੇ ਵੰਡੀਆਂ ਪਾ ਦਿੰਦੇ ਨੇ। ਦੋਗਲੀ ਨੀਤੀ ਤਾਂ ਹੁੰਦੀ ਹੈ, ਕਿਤੇ ਕੋਈ ਕਿਤੇ ਕੋਈ, ਸਾਰੇ ਪਾਸੇ ਹੈ। ਕਦੇ ਪੰਜਾਬ 'ਚ ਮੋਦੀ ਹੈ, ਚਾਹੇ ਮੋਦੀ ਦੀ ਟੀਮ ਹੈ, ਭਾਜਪਾ ਹੈ, ਚਾਹੇ ਕਾਂਗਰਸ ਹੈ, ਪੰਜਾਬ ਦੀ ਹੈ ਜਾਂ ਕਿਸੇ ਹੋਰ ਸਟੇਟ ਦੀ ਆ। ਇਹਨਾਂ ਦੇ ਜਿਵੇਂ ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ ਹੁੰਦੇ ਨੇ, ਇਹਨਾਂ ਦੇ ਸਾਰਿਆਂ ਦੇ ਉਹੀ ਨੇ। ਕਿਸੇ ਨੂੰ ਵੀ ਚੱਕ ਲਓ, ਕੋਈ ਵੀ ਕੈਂਡੀਡੇਟ, ਕੋਈ ਚਾਹੇ ਕਿਸੇ ਪਾਰਟੀ ਦਾ, ਕੋਈ ਚਾਹੇ ਜਿੱਤਿਆ ਹੋਇਆ ਜਾਂ ਹਾਰਿਆ ਹੋਇਆ, ਜਾਂ ਪਹਿਲਾਂ ਰਿਹਾ ਸਰਕਾਰ 'ਚ ਹੈ, ਚਾਹੇ ਸਰਕਾਰ ਤੋਂ ਬਾਹਰ ਹੈ, ਕੋਈ ਐਮਐਲਏ, ਕੋਈ ਐਮਪੀ ਹੈ, ਕੁਛ ਵੀ ਹੈ, ਸਭ ਦਾ ਦੇਖ ਲਓ। ਜਿੱਥੇ ਇਹਨਾਂ ਦਾ ਜਿਹੜਾ ਦਾ ਲੱਗਦਾ ਉਹੀ ਲਾਉਂਦੇ ਨੇ। ਪਾਰਲੀਮੈਂਟ 'ਚ ਜਿਹੜਾ ਲੱਗ ਰਿਹਾ ਉਹ ਲਾਇਆ ਜਾ ਰਿਹਾ। ਜਿੱਥੇ ਜਿੱਥੇ ਲੋੜ ਹੈ, ਜਿਸ ਜਿਸ ਦੀ ਉੱਥੋਂ ਸਕ੍ਰਿਪਟ ਜਿਹੜੀ ਹੈਗੀ ਹੁੰਦੀ ਹੈ, ਮਿਲ ਜਾਂਦੀ ਹੈ। ਤੇ ਨਾਲ ਕੁਛ ਸਰਕਾਰ ਦੀ ਮਿਲੀ ਭੁਗਤ ਹੁੰਦੀ ਹੈ, ਕੁਛ ਵਿਰੋਧੀ ਪਾਰਟੀਆਂ ਦੀ ਹੁੰਦੀ ਹੈ, ਕੁਛ ਆਪਣੀ ਪਾਰਟੀ ਦੀ ਹੁੰਦੀ ਹੈ। ਉਹ ਸਾਰਾ ਉੱਥੇ ਬੋਲਿਆ ਜਾਂਦਾ, ਜਿਵੇਂ ਤੋਤਾ ਰਟਨ ਰਟਾਇਆ ਹੁੰਦਾ, ਉਹ ਸਾਰਾ ਕੁਝ ਬੋਲਿਆ ਜਾਂਦਾ ਜੀ। ਬਿਲਕੁਲ ਬਿਲਕੁਲ। ਕਿਸਾਨੀ ਅੰਦੋਲਨ ਦਾ ਪ੍ਰਭਾਵ, ਜਾਂ ਕਹਿ ਲਓ ਕਿ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਦਾ ਗੁੱਸਾ ਅੰਦੋਲਨ ਨੂੰ ਲੈ ਕੇ, ਖੇਤੀ ਕਾਨੂੰਨਾਂ ਨੂੰ ਲੈ ਕੇ, ਜਾਂ ਮਹਿੰਗਾਈ ਨੂੰ ਲੈ ਕੇ, ਉਹਦਾ ਉਬਾਲ ਹੀ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਜਾਂ ਸਿਆਸਤਦਾਨ ਉਹ ਮਜਬੂਰ ਹੋ ਗਏ ਨੇ ਕਿ ਉਹਨਾਂ ਨੂੰ ਕਿਸਾਨਾਂ ਦਾ ਸਮਰਥਨ ਕਰਨਾ ਪੈ ਰਿਹਾ। ਵੈਸੇ ਅੰਦਰ ਖਾਤੇ ਜਿਵੇਂ ਕਿਹਾ ਜਾਂਦਾ ਹੈ ਕਿ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਨੇ। ਅਗਲੀ ਗੱਲ ਪਰਮਿੰਦਰ ਜੀ, 49 ਲੱਖ ਮੌਤਾਂ ਦਾ ਜਿਹੜਾ ਜ਼ਿਕਰ ਹੋਇਆ ਕਿ ਕਰੋਨਾ ਵਾਇਰਸ ਦੇ ਦੌਰਾਨ ਇਹ ਸਥਿਤੀ ਜਿਹੜੀ ਭਾਰਤ ਦੀ ਰਹੀ ਆ, ਇਹਨੂੰ ਕਿੱਦਾਂ ਦੇਖਦੇ ਹੋ? ਸਰਕਾਰ ਜਿਹੜੀ ਗੰਗਾ ਦੇ ਕਿਨਾਰੇ ਲਾਸ਼ਾਂ ਦੇ ਉੱਤੇ ਵੀ ਕਫਨ ਪਾਉਂਦੀ ਰਹੀ, ਤੇ ਉਹਦੇ ਤੋਂ ਵੀ ਜਿਹੜਾ ਉਹ ਮੁਨਕਰ ਨਹੀਂ ਹੋ ਸਕੇ। ਬਾਅਦ ਵਿੱਚ ਪਹਿਲਾਂ ਹਾਲਾਂਕਿ ਬੜਾ ਕੁਝ ਕੋਸ਼ਿਸ਼ ਕੀਤੀ ਗਈ ਕਿ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਇਸ ਦੀ ਚਰਚਾ ਲੋਕਾਂ ਤੱਕ ਪਹੁੰਚੇ ਨਾ, ਪਰ ਹੌਲੀ ਹੌਲੀ ਸਾਰਾ ਕੁਝ ਬਾਹਰ ਆਇਆ। ਕੁਝ ਕੁਦਰਤ ਨੇ ਲਿਆ ਦਿੱਤਾ ਤੇ ਕੁਝ ਜਿਹੜਾ ਲੋਕਾਂ ਨੇ ਉਹ ਸਾਹਮਣੇ ਲਿਆ ਦਿੱਤਾ। ਹੁਣੇ 49 ਲੱਖ ਮੌਤਾਂ ਦਾ ਅੰਕੜਾ ਜਿਹੜਾ ਸਾਹਮਣੇ ਆਉਣਾ। ਸੁਖਵਿੰਦਰ ਜੀ, ਜਿਹੜਾ ਆਪਾਂ ਗੱਲ ਕਰੀਏ ਤਾਂ ਮੈਂ ਇੱਕ ਗੱਲ ਇਹਦੇ 'ਚ ਵੱਖਰੀ ਜੀ ਇਹ ਕਰਨੀ ਚਾਹੁੰਦਾ ਕਿ ਜਿੱਦਾਂ ਅੰਕੜੇ ਪੇਸ਼ ਕੀਤੇ ਗਏ ਆ, ਜਿੱਦਾਂ ਕਿਹਾ ਗਿਆ, ਜਿਵੇਂ ਹੁਣ ਆਕਸੀਜਨ ਦੀ ਘਾਟ ਨਾਲ ਕਹਿਤਾ ਕਿ ਆਕਸੀਜਨ ਦੀ ਘਾਟ ਨਾਲ ਤਾਂ ਮੌਤ ਹੀ ਨਹੀਂ ਹੋਈ, ਮੁਆਵਜ਼ਾ ਕਿਹਨੂੰ ਦਿੱਤਾ ਜਾਵੇ, ਠੀਕ ਹੈ। ਉਹ ਈਵਨ ਕਿ ਇਹ ਵੀ ਕਹਿਤਾ ਕਿ ਤੁਸੀਂ ਸਟੇਟਸ ਨੂੰ ਕਹਿਤਾ ਕਿ ਅੰਕੜੇ ਭੇਜੋ ਜੀ ਆਕਸੀਜਨ ਨਾਲ ਮੌਤਾਂ ਦੇ। ਇਹਨਾਂ ਦੇ ਵਿੱਚ ਬੜਾ ਕੁਝ ਹੁੰਦਾ ਹੈ ਸੁਖਵਿੰਦਰ ਜੀ। ਅੰਕੜੇ ਪੇਸ਼ ਕਰਨ ਵਾਲੇ ਕੌਣ ਨੇ, ਅੰਕੜੇ ਲੈ ਕੇ ਆਉਣ ਵਾਲੇ ਕੌਣ ਨੇ, ਕਿਹਨਾਂ ਨੇ ਬਣਾਇਆ, ਸਰਕਾਰੀ ਅੰਕੜੇ ਕੀ ਨੇ, ਦੂਜੇ ਅੰਕੜੇ ਕੀ ਨੇ, ਅਸਲੀਅਤ ਤੋਂ ਕਿਤੇ ਪਰੇ ਹੁੰਦੇ ਨੇ ਇਹਨਾਂ ਦੇ। ਜਿਹੜੀਆਂ ਜਿੱਦਾਂ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਨੇ ਕਿ ਬਹੁਤ ਵੱਡੀਆਂ ਪਾਲਿਸੀਜ਼ ਹੁੰਦੀਆਂ ਨੇ ਜਿਹੜੀਆਂ, ਜਿਨ੍ਹਾਂ ਦੇ ਉੱਤੇ, ਚਾਹੇ ਉਹ ਆਰਥਿਕ ਪਾਲਿਸੀ ਹੈ ਕੋਈ, ਚਾਹੇ ਉਹ ਸੋਸ਼ਲ ਹੈ ਜਾਂ ਰਾਜਨੀਤਿਕ ਹੈ, ਉਹ ਕਿੱਥੋਂ ਸ਼ੁਰੂ ਹੋਈਆਂ ਨੇ, ਕਿਹੜੇ ਕਿਹੜੇ ਦੇਸ਼ ਇਨਵੋਲਵ, ਜਦੋਂ ਖਾਸ ਕਰ ਏਦਾਂ ਦੀ ਮਹਾਮਾਰੀ ਜਾਂ ਜਿਹਨੂੰ ਨਾਲ ਦਿਆ ਜਾਂਦਾ ਜਾਂ ਏਦਾਂ ਦੀ ਭਿਆਨਕ ਬਿਮਾਰੀ ਹੋ ਜਾਵੇ, ਤਾਂ ਉਹਦੇ ਤੇ ਕੋਈ ਇੱਕ ਦੇਸ਼ ਦੀ ਏਦਾਂ ਦੀ ਉਹ ਅੰਕੜੇ ਨਹੀਂ ਪੇਸ਼ ਕਰ ਸਕਦਾ ਹੁੰਦਾ ਕਿ ਆਹ ਤੁਸੀਂ ਕਰ ਦਿਓ ਤੇ ਇੰਨਾ ਹੀ ਹੋਣਾ। ਉਹ ਬਣਾ, ਜਿੱਦਾਂ ਰੌਲਾ ਪਿਆ ਸੀ, ਜਿੱਦਾਂ ਐਲੀਗੇਸ਼ਨ ਵੀ ਲੱਗੇ ਆ ਬਹੁਤ ਸਾਰਾ, ਚੀਨ ਤੇ ਵੀ ਐਲੀਗੇਸ਼ਨ ਹੈ, ਅਮਰੀਕਾ ਨੇ ਵੀ ਕਿਹਾ, ਅਮਰੀਕਾ ਦੇ ਆਪਣੇ ਐਲੀਗੇਸ਼ਨ ਹੈ, ਉਹਦੇ ਤੇ ਵੀ ਲੱਗਦੇ ਆਏ ਆ, ਵੈਕਸੀਨ 'ਚ ਲੱਗੇ ਹੈ, ਆਕਸੀਜਨ ਤੇ ਸਾਰਾ ਕੁਝ ਹੋਇਆ। ਏਦਾਂ ਹੀ ਮੌਤਾਂ ਦਾ ਅੰਕੜਾ ਜਿਹੜਾ ਹੈਗਾ ਉਹਦੇ ਤੇ ਵੀ ਅੱਗੇ ਅੱਗੇ ਬਹੁਤ ਕੁ ਪਰਤਾਂ ਖੁੱਲਣਗੀਆਂ, ਜਿਹੜੀਆਂ ਕਹਿ ਲਓ ਹੋਰ ਖੁਲਾਸੇ ਕਰਨਗੀਆਂ। ਇਹ ਕਿੱਥੋਂ ਸ਼ੁਰੂ ਹੋਇਆ ਸੀ, ਕੀ ਹੋਇਆ ਸੀ, ਤੇ ਕੋਈ ਇਸ ਨੂੰ ਮੈਡੀਸਨ ਦਾ, ਵੈਕਸੀਨ ਦਾ ਨਾਂ ਦੇ ਕੇ ਕਰਦਾ ਹੈ, ਕੋਈ ਕਹਿੰਦਾ ਕਿ ਤਿਆਰ ਕੀਤਾ ਗਿਆ ਵਾਇਰਸ ਸੀ, ਕੋਈ ਕਹਿੰਦਾ ਕੁਦਰਤੀ ਵਾਇਰਸ ਸੀ, ਕੋਈ ਕਹਿੰਦਾ ਇਹ ਸਾਰੀ ਖੇਡ ਹੀ ਵੈਕਸੀਨ ਦੀ ਹੈ। ਬਿਜ਼ਨਸ ਸ਼ੁਰੂ ਹੋਇਆ, ਵੱਡੀ ਮਾਰਕੀਟ ਦਾ ਹਿੱਸਾ ਹੈਗਾ ਤਾਂ ਉੱਥੋਂ ਲੈ ਕੇ ਆਇਆ, ਇਹ ਸਾਰਾ ਕੁਝ ਖੇਡ ਰਚਿਆ। ਸੋ ਆਹ ਜਿਹੜੇ ਅੰਕੜੇ ਪੇਸ਼ ਹੋਏ ਨੇ, ਇਹ ਵੀ ਐਂ ਕਹਿ ਲਓ ਕਿ ਆਪਾਂ ਭਾਰਤ ਦੇ ਵਿੱਚ ਹੋਏ ਨੇ। ਇਹਨਾਂ ਦੇ ਪਿਛਲੀ ਸੱਚਾਈ ਪੁਸ਼ਟੀ ਕਰਨੀ ਜਾਂ ਜਾਂਚ ਕਰਨੀ ਉਹ ਅਲੱਗ, ਐਂ ਕਹਿ ਲਓ ਕਿ ਇੱਕ ਨਿਰਪੱਖ ਤੌਰ ਤੇ ਹੋ ਸਕਦਾ ਜੇ ਕੀਤੀ ਜਾਵੇ ਕਿਸੇ ਸਰਕਾਰ ਵੱਲੋਂ ਜਾਂ ਕਿਸੇ ਏਜੰਸੀ ਵੱਲੋਂ, ਹੋ ਸਕਦਾ ਕੋਈ ਅਸਲੀਅਤ ਸਾਹਮਣੇ ਆ ਜੇ। ਅਦਰਵਾਈਜ਼ ਤਾਂ ਸਰਕਾਰਾਂ ਨੇ ਜਿਹੜੀਆਂ ਬਹੁਤ ਕੁਛ ਮੌਤਾਂ ਦੇ ਪਿੱਛੇ ਵੀ ਲੁਕਿਆ ਹੁੰਦਾ ਕਿ ਮੌਤਾਂ ਹੋਈਆਂ ਤੇ ਕਿਸ ਹਾਲਾਤ 'ਚ ਹੋਈਆਂ, ਉਹਨਾਂ ਦੇ ਪਿੱਛੇ ਕੋਈ ਮੁਆਵਜ਼ਾ ਦੇਣਾ ਹੈ, ਕੋਈ ਖਰਚ ਦਿਖਾਉਣਾ ਹੈ, ਕੋਈ ਕੁਛ ਕਰਨਾ ਹੈ। ਖੇਡ ਹੁੰਦੀ ਹੈ ਸਾਰੀ, ਪੋਲੀਟੀਸ਼ੀਅਨਾਂ ਦੀ ਬਹੁਤ ਵੱਡੀ ਖੇਡ ਹੁੰਦੀ ਹੈ ਇਹ। ਇਹਨਾਂ ਦੇ ਉੱਤੇ ਬਹੁਤ ਸਾਰਾ ਕੁਛ ਸਰਚ ਕਰਨ ਵਾਲਾ ਹੁੰਦਾ, ਜਿਨ੍ਹਾਂ ਨੂੰ ਕੋਈ ਕਰਦਾ ਨਹੀਂ ਅੱਜ ਤੱਕ। ਮਹਾਂਮਾਰੀਆਂ ਬਥੇਰੀਆਂ ਆਈਆਂ ਨੇ, ਅੰਕੜੇ ਹੋਰ ਹੁੰਦੇ ਨੇ ਤੇ ਦੱਸੇ ਕੁਛ ਹੋਰ ਜਾਂਦੇ ਨੇ, ਉਹਨਾਂ ਕਾਰਨ ਵੀ ਹੋਰ ਹੋ ਜਾਂਦੇ ਨੇ।
ਤੁਸੀਂ ਦੇਖਿਆ ਹੀ ਹੈ ਕਿ ਐਲੀਗੇਸ਼ਨ ਕਿੱਦਾਂ ਦੇ ਲੱਗੇ ਕਿ ਜਿਹੜੀ ਵੀ ਮੌਤ ਹੋਈ ਕੋਰੋਨਾ ਦੇ ਹਿੱਸੇ ਵੀ ਪਾਈ, ਏਦਾਂ ਦੀਆਂ ਵੀ ਗੱਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ। ਕੁਛ ਕੇਸ ਏਦਾਂ ਦੇ ਸਾਹਮਣੇ ਵੀ ਆਏ ਵੀ ਉਹ ਠੀਕ ਸੀਗਾ, ਰਾਤੋਂ ਰਾਤ ਖਤਮ ਹੋ ਗਿਆ। ਕੁਛ ਏਦਾਂ ਸੀ ਕਿ ਉਹਨੂੰ ਸਾਰੀ ਰਾਤ ਉਹਨੂੰ ਆਕਸੀਜਨ ਹੀ ਨਹੀਂ ਮਿਲੀ। ਉਹ ਸਾਰਾ ਕੁਛ ਜਿਹੜਾ ਅੰਕੜਿਆਂ ਦੇ ਵਿੱਚ ਪਾਇਆ ਗਿਆ। ਹੁਣ ਸਰਕਾਰੀ ਅੰਕੜੇ ਕੀ ਕਹਿੰਦੇ ਨੇ, ਕਿਹਨਾਂ ਨੇ ਪਾਇਆ ਇਹ, ਤੇ ਇਸ ਮੌਤ ਦੇ ਕਾਰਨਾਂ ਦੇ ਪਿੱਛੇ ਕਿਹੜੀ ਜਾਂਚ ਸੀਗੀ, ਕਿਹੜੇ-ਕਿਹੜੇ ਡਾਕਟਰ, ਕਿਹੜੇ-ਕਿਹੜੇ ਹੌਸਪੀਟਲ ਜਾਂ ਕਿਹਨਾਂ-ਕਿਹਨਾਂ ਲੋਕਾਂ ਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਤਾਇਨਾਤ ਕੀਤਾ ਗਿਆ ਸੀ, ਜਿਹੜੇ ਆਹ ਚੀਜ਼ ਕਰਦੇ ਕਿ ਸੱਚੀ-ਮੁੱਚੀ ਉਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਇਆ ਬੰਦਾ ਜਾਂ ਕੋਈ ਹੋਰ ਕਾਰਨ ਸੀਗਾ। ਉਹ ਸਾਰਾ ਕੁਝ ਮਤਲਬ ਕਹਿ ਸਕਦੇ ਆਪਾਂ ਕਿ ਬਹੁਤ ਕੁਝ ਦੇਖਣਾ ਬਣਦਾ। ਅੰਕੜੇ ਪੇਸ਼ ਕਰਨੇ, ਅੰਕੜੇ ਸਾਹਮਣੇ ਲਿਆਉਣੇ ਔਰ ਸਰਕਾਰੀ ਅੰਕੜੇ ਆਉਣੇ, ਸਰਕਾਰਾਂ ਵੱਲੋਂ ਲਿਆਉਣੇ, ਬੜਾ ਫ਼ਰਕ ਹੁੰਦਾ। ਕੋਈ ਨਾ ਕੋਈ ਇਹਨਾਂ ਦੇ ਵਿੱਚ ਵੀ ਕਹਿ ਲਓ ਕਿ ਫਾਇਦਾ ਲਿਆ ਜਾਂਦਾ ਹੈ। ਜੀ। ਬਿਲਕੁਲ ਬਿਲਕੁਲ ਬਿਲਕੁਲ। ਅਗਲੀ ਖਬਰ ਪੰਜਾਬ ਦੀ ਸਿਆਸਤ ਵੱਲ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਸਾਹਿਬ ਦਾ ਰੇੜਕਾ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਸਿੱਧੂ ਸਾਹਿਬ ਦੀ ਕੱਲ ਨੂੰ ਤਾਜਪੋਸ਼ੀ ਹੈ। ਇਹਦੇ ਵਿਚਾਲੇ ਕੁਝ ਖਬਰਾਂ ਤੇ ਕੁਝ ਅਫਵਾਹਾਂ ਕਿ ਰਾਹੁਲ ਗਾਂਧੀ ਆਉਣਗੇ, ਕੈਪਟਨ ਸਾਹਿਬ ਹੁਣ ਕੀ ਕਰਨਗੇ, ਜਾਂ ਕੈਪਟਨ ਸਾਹਿਬ ਦੇ ਧੜਾ ਜਾਂ ਫਿਰ ਕੁਝ ਕਾਂਗਰਸੀ ਵਿਧਾਇਕ ਜਿਹੜੇ ਨੇ ਉਹ ਬੀਜੇਪੀ ਵੱਲ ਜਾ ਸਕਦੇ ਨੇ, ਜਿਨ੍ਹਾਂ ਨੂੰ ਐ ਲੱਗਦਾ ਕਿ ਸਾਡੀ ਟਿਕਟ ਇਸ ਵਾਰੀ ਕੱਟੀ ਜਾਣੀ ਹੈ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ? ਦੇਖੋ, ਧੜੇ ਧੜੇ ਬਣ ਰਹੇ ਨੇ, ਧੜੇ ਬਣਦੇ ਰਹਿਣਗੇ। ਪੰਜਾਬ ਦੀ ਜਿਹੜੀ ਸਿਆਸਤ ਦੀ ਆਪਾਂ ਆਬੋ-ਹਵਾ ਕਹਿ ਲਓ ਹੁਣ, ਉਹ ਕਾਫ਼ੀ ਡਗਮਗਾ ਗਈ ਹੈ ਕਹਿ ਲਓ ਕਿ ਲੋਕਾਂ ਦੇ ਹੱਥ ਪੱਲੇ ਕੁਛ ਨਹੀਂ ਹੈਗਾ। ਹਰੇਕ ਬੰਦਾ ਕੋਈ ਕਿਧਰੇ ਭੱਜਣ ਨੂੰ ਫਿਰਦਾ, ਕੋਈ ਕਿਧਰੇ ਭੱਜਣ ਨੂੰ ਫਿਰਦਾ। ਕੁਰਸੀ ਦੀ ਦੌੜ ਹੈ, ਕੁਰਸੀ ਦੀ ਦੌੜ ਲੱਗੀ ਹੋਈ ਹੈ। ਸੁਖਵਿੰਦਰ ਜੀ, ਇਹਦੇ ਬਾਰੇ ਮੇਰੇ ਖਿਆਲ ਨਾਲ ਕਿ ਲੋਕ ਜੇ ਜਾਗਰੂਕ ਹੁੰਦੇ ਤਾਂ ਇਹ ਸਮੀਕਰਨ ਹੀ ਬਦਲੇ ਹੋਏ ਹੁੰਦੇ ਹੁਣ। ਬਹੁਤ ਜਿਵੇਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਾਣ ਦੀ, ਦੂਜੇ ਦਲਾਂ ਦੇ ਵਿੱਚ ਜਾਣ ਦੀ, ਕਿਸੇ ਦੀ ਟਿਕਟ ਕੱਟੀ ਜਾਣੀ ਹੈ, ਕਿਸੇ ਨੂੰ ਟਿਕਟ ਮਿਲ ਜਾਣੀ ਹੈ, ਕੋਈ ਪੈਰਾਸ਼ੂਟ ਰਾਹੀਂ ਉਤਰ ਜਾਣਾ ਹੈ, ਕਿਸੇ ਨੇ ਦਲ ਬਦਲ ਲੈਣਾ। ਇਹ ਸਿਰਫ ਤੇ ਸਿਰਫ ਨਾ ਤਾਂ ਕਦੇ ਅੱਜ ਤੱਕ ਪੰਜਾਬ ਦੇ ਲਈ ਏਦਾਂ ਹੋਇਆ। ਭਾਵੇਂ ਲੋਕ ਇਹ ਕਹਿੰਦੇ ਨੇ, ਜੇ ਉਹਨਾਂ ਨੂੰ ਕਿਹਾ ਜਾਵੇ ਕਿ ਫਲਾਣਾ ਬੰਦਾ ਦਲ ਬਦਲੂਗਾ, ਫਿਰ ਉਹਦਾ ਕਿਉਂਕਿ ਉਹਦੇ ਸੇਵਕ ਹੁੰਦੇ ਨੇ ਜਾਂ ਝੰਡਾ ਬਰਦਾਰ ਹੁੰਦੇ ਨੇ ਉਹਦੇ, ਤਾਂ ਉਹਦਾ ਨਾਂ ਲਏ ਤੋਂ ਖਿੱਚ ਜਾਂਦੇ ਨੇ। ਤੇ ਉਹ ਫਿਰ ਉਹ ਕੀ ਕਹਿੰਦੇ ਨੇ ਕਿ ਐਸਾ ਨੇਤਾ ਕਿਹੜਾ ਆ ਪੰਜਾਬ ਦੇ ਵਿੱਚ ਜਿਹੜਾ ਕਿਤੇ ਦਲ ਬਦਲ ਕੇ ਨਹੀਂ ਆਇਆ। ਤੇ ਜੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਭਾਈ ਚਲੋ ਠੀਕ ਹੈ, ਤੁਹਾਡੀ ਗੱਲ 100% ਠੀਕ ਹੈ, ਗਲਤ ਕਿਤੇ ਨਹੀਂ ਹੈਗੀ। ਬਹੁਤ ਬਹੁਤ ਘੱਟ ਲੋਕ ਹੋਣਗੇ ਜਿਹੜੇ ਏਦਾਂ ਕਿਸੇ ਨੇ ਦਲ ਬਦਲਿਆ ਨਹੀਂ ਹੋਣਾ। ਤੇ ਜਿਨ੍ਹਾਂ ਨੇ ਬਦਲਿਆ ਭਾਈ, ਉਹਨਾਂ ਨੇ ਪੰਜਾਬ ਦਾ ਸਵਾਰਿਆ ਕੀ ਹੈ, ਇਹ ਵੀ ਦੱਸ ਦਿਓ। ਕੋਈ ਹੱਥ ਖੜਾ ਕਰਕੇ ਕਹੋਗੇ ਫਲਾਣੀ ਪਾਰਟੀ ਚੋਂ ਆਇਆ, ਇਹਨੇ ਇਸ ਪਾਰਟੀ 'ਚ ਆ ਕੇ ਆਹ ਸਵਾਰਤਾ। ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੈ, ਚਾਹੇ ਕੈਪਟਨ ਅਮਰਿੰਦਰ ਸਿੰਘ ਹੈ, ਚਾਹੇ ਬੀਬੀ ਭੱਠਲ ਨੇ ਜਾਂ ਜਗਜੀਤ ਬਰਾੜ ਆ, ਚਾਹੇ ਪ੍ਰਤਾਪ ਸਿੰਘ ਬਾਜਵਾ, ਹੁਣ ਸਿੱਧੂ ਆ ਗਿਆ, ਜਾਂ ਕੋਈ ਹੋਰ, ਚਾਹੇ ਨਿਲ ਜੋਸ਼ੀ ਕਹਿ ਲਓ ਜਾਂ ਕੋਈ ਹੋਰ ਕਹਿ ਲਓ। ਕੋਈ ਵੀ ਬਥੇਰੇ ਬੰਦੇ ਨੇ ਜਿਨ੍ਹਾਂ ਨੇ ਦਲ ਬਦਲੇ ਹੋਣੇ ਆ ਜਾਂ ਬਦਲ ਕੇ ਆਏ ਹੋਣੇ ਆ, ਆਪਣੀ ਆਪਣੀ ਪਾਰਟੀ 'ਚ ਦੁਬਾਰੇ ਵੀ ਆਏ ਹੋਣੇ, ਕੋਈ ਕਹਿ ਲਓ। ਤੇ ਕਿਸ ਨੇ ਪੰਜਾਬ ਦਾ ਭਲਾ ਕਰਤਾ? ਇਹਦਾ ਹੁਣ ਰੇੜਕਾ ਹੀ ਚੱਲਣਾ। ਇੱਕ ਦੂਜੇ ਤੋਂ ਠਿੱਪੀ ਲਾਉਣ ਦੇ ਚੱਕਰ ਦੇ ਵਿੱਚ ਪੰਜਾਬ ਦਾ ਨੁਕਸਾਨ, ਪੰਜਾਬ ਦੇ ਲੋਕਾਂ ਦਾ ਨੁਕਸਾਨ, ਪੰਜਾਬ ਦੀ ਆਰਥਿਕਤਾ ਦਾ ਨੁਕਸਾਨ, ਠੀਕ ਹੈ ਜੀ। ਤੇ ਸੋਸ਼ਲ ਲਾਈਫ ਦਾ ਵੀ ਨੁਕਸਾਨ ਹੁੰਦਾ। ਲੋਕਾਂ ਨੂੰ ਮਗਰ ਲਾ ਲੈਂਦੇ ਨੇ, ਲੋਕਾਂ ਦੇ ਕੰਮ ਧੰਦੇ ਛਡਾਉਂਦੇ ਨੇ, ਆਪਦੀ ਰੈਲੀਆਂ ਦੇ ਵਿੱਚ ਬੁਲਾ ਕੇ ਥੋੜ੍ਹੇ ਪੈਸੇ ਦੇ ਕੇ ਉਹਨਾਂ ਦਾ ਟਾਈਮ ਵੇਸਟ ਕਰਦੇ ਨੇ। ਕੋਈ ਸਿੱਖਿਆ ਦਾ ਜਾਂ ਹੋਰ ਕਿਸੇ ਦੀ ਗੱਲ ਨਹੀਂ ਹੁੰਦੀ, ਹਸਪਤਾਲਾਂ ਦੀ ਹਾਲਤ ਦੀ ਗੱਲ ਨਹੀਂ ਹੁੰਦੀ। ਕੋਈ ਮਤਲਬ ਕਹਿ ਸਕਦੇ ਆਪਾਂ ਕਿ ਜਿਹੜਾ ਆਹ ਢਾਂਚਾ ਬਣਦਾ ਜਾ ਰਿਹਾ ਹੈ, ਇਹ ਪੰਜਾਬ ਦੇ ਲਈ ਆਉਣ ਵਾਲੇ ਸਮੇਂ 'ਚ ਘਾਤਕ ਸਿੱਧ ਹੋਏਗਾ। ਸੁਖਵਿੰਦਰ ਜੀ, ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਆਪਾਂ ਕਰ ਰਹੇ, ਸਾਰੀਆਂ ਪਾਰਟੀਆਂ ਦਾ ਆਹੀ ਹਾਲ ਹੈ। ਆਪਣੀ ਸਰਕਾਰ ਬਣਾਉਣ, ਆਪ ਸੱਤਾ ਦੇ ਵਿੱਚ ਕਾਬਜ਼ ਹੋਣ ਦੇ ਲਈ ਨਾ ਤਾਂ ਕੋਈ ਪੈਰਾਮੀਟਰ ਰੱਖੇ ਹੋਏ ਨੇ, ਨਾ ਹੀ ਕੋਈ ਸਟੇਟਸ ਰੱਖਿਆ, ਕੋਈ ਕੌਣ ਬੰਦਾ ਹੈ, ਕਿਸ ਨੂੰ ਕਿਹੜਾ ਅਹੁਦਾ ਦੇਣਾ, ਕਿਸ ਨੂੰ ਕਿਹੜੀ ਟਿਕਟ ਦੇਣੀ ਹੈ, ਨਹੀਂ ਦੇਣੀ। ਆ ਗਿਆ ਕੋਈ 4 ਪੈਸੇ ਦਾ ਲਾਲਚ ਹੈ, ਜਾਂ ਕੋਈ ਲੱਗਦਾ ਕਿ ਇਹਦੇ ਥਾਂ ਜਿੱਤ ਮਿਲ ਸਕਦੀ ਹੈ ਮੈਨੂੰ, ਇਹਦੇ ਨਾਲ ਸਾਡੀ ਪਾਰਟੀ ਨੂੰ ਹੋਰ ਬਲ ਮਿਲੂਗਾ। ਆਪਣੀ ਪਾਰਟੀ, ਆਪਣੀ ਨਿੱਜਤਾ ਉਹੀ ਮੋਹਰੀ ਹੈ। ਉਹਦੇ ਨਾਲ ਹੀ ਜਿਹੜਾ ਹੈਗਾ ਇਹ ਖਤਰਨਾਕ ਸਮੀਕਰਨ ਬਣੇ ਹੋਏ ਨੇ, ਹਾਲਾਤ ਬਣੇ ਹੋਏ ਨੇ ਸਿਆਸਤ ਦੇ। ਔਰ ਅੱਜ ਦੇ ਹਾਲਾਤ ਤਾਂ ਬਹੁਤ ਵੱਧ ਤੋਂ ਬਦਤਰ ਹੋ ਚੁੱਕੇ ਹੈ। ਕਹਿ ਸਕਦੇ ਹਾਂ ਕਿ ਲੋਕ ਹੀ ਸਾਂਭ ਸਕਦੇ ਆ ਜੇ ਸੱਚੀ ਮੁੱਚੀ ਜਾਗਰੂਕ ਹੋ ਜਾਣ। ਬਿਲਕੁਲ ਬਿਲਕੁਲ। ਸ਼ੁਕਰੀਆ ਪਰਮਿੰਦਰ ਜੀ, ਧੰਨਵਾਦ। ਸ਼ੁਕਰੀਆ ਜੀ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਕਿਸਾਨਾਂ ਦੀ ਪਾਰਲੀਮੈਂਟ ਤੋਂ ਲੈ ਕੇ ਨਵਜੋਤ ਸਿੱਧੂ ਦੇ ਜਿਹੜੇ ਕਾਂਗਰਸ ਦੇ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਜੋ ਕੁਝ ਤਕਰਾਰ ਚੱਲ ਰਿਹਾ, ਉਸ ਤੇ ਵੀ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।